साहिब जियो तू मेरो मेल पर्वत स्वामी कोट गई मैं तेरी ना तुम डोलो ना हम गिरते रख लीनी हर मेरी तेरी टेक तेरा आधारा हाथ दे तू राखे जिस जन ऊपर तेरी कृपा तिसको बेपना को पाखे जिस जन ऊपर तेरी कृपा तिसको विपना को पाखे सतनाम श्री वाहिगुरु साहिब जियो सोचे सोच न हो वही जे सोची लाख वार चुपे चुप न हो वही जे लाए रहा लिवतार भुखिया भुख न उतरी जे बन्ना पुरिया पार सहस सियाणपा लख होए ता एक न चले नाल किव सचियारा होई है किव कूड़े टुटे पाल हुक्म रजाई चलना नानक लिखिया नाल। वाहिगुरु जी का खालसा वाहिगुरु जी की फतेह। तू मेरो मेर पर्वत स्वामी ओट गही मैं तेरी ना तुम डोलो ना हम गिरते रख लीनी हर मेरी धर्मा दे ठाडे दरबार तुझ बिन सुरत करे को मेरी दर्शन दीजे खोल किवार तुझ बिन सुरत करे को मेरी दर्शन दीजे खोल किवार। वाहिगुरु जी का खालसा वाहिगुरु जी की फतेह। वालिए को लालम साहिब कमाल दसा ही पातशाहियां दी आत्मिक जोत जुगो जुग अटल सतगुरां दा सरगण स्वरूप तन तन सतगुरु साहिब श्री गुरु ग्रंथ साहिब जी दी पावन पवित्र हजूरी विच सभाएमान हो रही परम सन्मान योग खालसा साध संगत जी आप वडभागी रूहां ने गरीब नवाज पातशाह जी दे पावन पवित्र चरणा कमलों विच हाजरियां भरदियां होया सच्चे पातशाह महाराज जी दे दर्शन दीदारे संध्या दे नितनेम रहराज साहब जी दे पावन पवित्र पाठ उपरंत गुरु सवारे कीर्तनी जथे पासों तुरकी बाणी दे मनोहर शब्द कीर्तन सरवण करके अपने जीवन दियां घड़ियां नूं सुहावना बनाउण दा यतन कीता है। आओ जो गरीब नवाज पातशाह महाराज जी दी तुरकी बाणी दी लड़ीवार कथा विचार जो पिछले दिनों तो परिरंभता हुई आप जी बहुत प्रेम प्यार दे नाल श्रवण कर रहे हो। सो गरीब नवाज पातशाह महाराज जी दी
ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਨਾਲ ਜੁੜ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸੁਹਾਵਣਾ ਬਣਾਉਣ ਦਾ ਯਤਨ ਕਰੀਏ। ਸੋ ਸਾਧ ਸੰਗਤ ਜੀ, ਸਾਰੀ ਹੀ ਬਾਣੀ ਬਹੁਤ ਜ਼ਿਆਦਾ ਮਿੱਠੀ ਹੈ, ਮਿਠਾਸ ਭਰੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੀਆਂ ਰਹਿਮਤਾਂ ਕਿਰਪਾ ਦੇ ਨਾਲ ਭਰੀ ਹੋਈ ਹੈ। ਪਰ ਜਿਹੜਾ ਵਿਸਥਾਰ, ਜਿਹੜਾ ਸਿਧਾਂਤ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਖਸ਼ਿਆ, ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਸਿਧਾਂਤ ਬਹੁਤ ਜ਼ਿਆਦਾ ਡੂੰਘਾ ਸਿਧਾਂਤ ਹੈ। ਔਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਦਾ ਪਾਠਕ, ਜਿਹੜਾ ਜਪਜੀ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨ ਵਾਲਾ, ਸੁਣਨ ਵਾਲਾ ਹੈ, ਉਹਦੇ ਮਾਨਸਿਕ ਔਰ ਸਰੀਰਕ ਸਾਰੇ ਦੁੱਖ ਦੂਰ ਹੁੰਦੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਨਾਲ ਪਿਆਰ ਪੈਦਾ ਹੁੰਦਾ ਹੈ। ਔਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਦੀ ਅੰਮ੍ਰਿਤਮਈ ਬਾਣੀ ਬ੍ਰਹਮ ਗਿਆਨ ਦੀ ਦਾਤੀ ਹੈ। ਸੋ ਆਪ ਸਰਬੱਤ ਸੰਗਤਾਂ ਨੇ ਪਿਛਲੇ ਦਿਨਾਂ ਵਿੱਚ ਮੂਲ ਮੰਤਰ ਦੇ ਅਰਥ ਵਿਚਾਰ ਸਰਵਣ ਕੀਤੇ। ਔਰ ਏਕੋ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਵੀ ਸੱਚ ਤੱਕ ਕੱਲੇ 60 ਅੱਖਰ ਹਨ ਮੂਲ ਮੰਤਰ ਦੇ। 60 ਅੱਖਰਾਂ ਦੇ ਵਿੱਚ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਮੂਲ ਮੰਤਰ ਦਾ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਆ। ਫਿਰ ਜੋ ਜੋਗੀਆਂ ਨੇ, ਸਿੱਧਾਂ ਨੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੂੰ ਪ੍ਰਸ਼ਨ ਕੀਤੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਦਿੱਤੇ। 7 ਪ੍ਰਸ਼ਨ ਸੀ। ਪਵਿੱਤਰ ਰਹਿਣ ਨਾਲ ਮੁਕਤੀ ਮਿਲਦੀ ਹੈ, ਪਰਮਾਤਮਾ ਮਿਲਦਾ ਹੈ। ਵਿਚਾਰ ਕਰਨ ਨਾਲ ਜਾਂ ਚਿੰਤਨ ਕਰਨ ਨਾਲ ਜਾਂ ਵੈਰਾਗ ਧਾਰਨ ਕਰਨ ਨਾਲ ਜਾਂ ਮੋਹ ਧਾਰਨ ਨਾਲ ਜਾਂ ਭੁੱਖਿਆ ਰਹਿਣ ਨਾਲ ਜਾਂ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਤਾਂ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਪਰ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਗੁਰਮਤ ਦਾ ਸਿਧਾਂਤ ਦਿੱਤਾ। ਉਹਨਾਂ ਜੋਗੀਆਂ ਸਿੱਧਾਂ ਨੂੰ ਜੋ ਉਪਦੇਸ਼ ਬਖਸ਼ਿਆ ਸਾਰੇ ਸੰਸਾਰ ਦੇ ਕਲਿਆਣ ਵਾਸਤੇ। ਸੋ ਗਰੀਬ ਨਿਵਾਜ ਪਾਤਸ਼ਾਹ ਜੀ ਦਾ ਉਪਦੇਸ਼ ਕੱਲ ਆਪਾਂ ਸਰਵਣ ਕੀਤਾ ਸੀ। ਸੋਚੈ ਸੋਚ ਨਾ ਹੋਈ, ਜੇ ਸੋਚੀ ਲੱਖ ਵਾਰ। ਕੱਲੀ ਸੋਚ ਪਵਿੱਤਰਤਾ ਦੇ ਨਾਲ, ਕੱਲੇ ਕਰਮਕਾਂਡ ਦੇ ਨਾਲ ਵੀ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਵੇ। ਭਾਵੇਂ ਲੱਖਾਂ ਵਾਰਾਂ ਹੀ ਕੋਈ ਸੋਚ ਪਵਿੱਤਰਤਾ ਕਰਦਾ ਫਿਰੇ ਤੇ ਕੱਲੀ ਸੋਚ ਪਵਿੱਤਰਤਾ, ਕੱਲਾ ਕਰਮਕਾਂਡ ਪਰਮਾਤਮਾ ਦੀ ਦਰਗਾਹ ਵਿੱਚ ਕੋਈ ਅਰਥ ਨਹੀਂ ਰੱਖਦਾ। ਤੇ ਗਰੀਬ ਨਿਵਾਜ ਪਾਤਸ਼ਾਹ ਮਹਾਰਾਜ ਜੀ ਨੇ ਗੁਰਮਤਿ ਵਿੱਚ ਉਹਨਾਂ ਇਨਸਾਨਾਂ ਨੂੰ ਪ੍ਰਵਾਨਗੀ ਦਿੱਤੀ ਹੈ ਜਿਹੜੇ ਆਪਣੇ ਦਸਾਂ ਨੌਆਂ ਦੀ ਕਿਰਤ ਕਮਾਈ ਕਰਦੇ ਤੇ ਆਪਣੀ ਕਿਰਤ ਕਮਾਈ ਕਰਦਿਆਂ ਹੋਇਆਂ ਭਾਵੇਂ ਬ੍ਰਾਹਮਣਾਂ ਵਾਂਗੂ ਕਰਮਕਾਂਡ ਨਾ ਕਰਨ ਤੇ ਅਕਾਲ ਪੁਰਖ ਪਰਮਾਤਮਾ ਦੀ ਰਹਿਮਤ ਦੇ ਪਾਤਰ ਹੋਣ। ਉਹ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਵਿੱਚ ਪ੍ਰਵਾਨਿਕ ਨੇ। ਸਾਨੂੰ ਸਮਝਾਉਣ ਵਾਸਤੇ ਕਈ ਵਿਅੰਗਮਈ ਸਾਖੀਆਂ ਬਣਾਈਆਂ ਗਈਆਂ। ਕਹਿੰਦੇ ਕਿਸੇ ਜੱਟ ਨੇ, ਕਿਸੇ ਜ਼ਿਮੀਂਦਾਰ ਨੇ ਬ੍ਰਾਹਮਣ ਨੂੰ ਕਿਹਾ, ਬ੍ਰਾਹਮਣ ਜੀ ਰਾਮ ਰਾਮ। ਬ੍ਰਾਹਮਣ ਕਹਿੰਦਾ ਵੀ ਭਾਈ ਤੂੰ ਰਾਮ ਰਾਮ ਕਹਿ ਕੇ ਮੈਨੂੰ ਭੇਟ ਦਿੱਤਾ, ਇਹ ਨਹੀਂ ਸੀ ਤੈਨੂੰ ਕਹਿਣਾ ਚਾਹੀਦਾ। ਤੈਨੂੰ ਪਹਿਲਾਂ ਸੁੱਚਾ ਹੋਣਾ ਚਾਹੀਦਾ ਸੀ ਤੇ ਫੇਰ ਰਾਮ ਰਾਮ ਕਹਿਨੋ, ਫੇਰ ਗੱਲ ਬਾਨੀ ਸੀ। ਜ਼ਿਮੀਂਦਾਰ ਜਿਹੜਾ ਹਲ ਵਿਚਾਰਾ ਵਾਹ ਕੇ ਆਇਆ ਸੀ ਜ਼ਮੀਨ ਵਿੱਚ, ਕਹਿੰਦਾ ਬ੍ਰਾਹਮਣ ਜੀ ਸਾਨੂੰ ਕੀ ਪਤਾ, ਅਸੀਂ ਤਾਂ ਮਿਹਨਤ ਕਰਨ ਵਾਲੇ ਆ, ਰਾਤ ਦਿਨੇ ਮਿੱਟੀ ਦੇ ਨਾਲ ਮਿੱਟੀ ਹੋਏ ਰਹਿੰਦੇ ਆ। ਤੇ ਇਹ ਗੱਲਾਂ ਸੁਣੀਆਂ ਨੇ ਵੀ ਜਿੰਨਾ ਵੀ ਕੋਈ ਆਪਣਾ ਕੰਮਕਾਰ ਕਰਦਿਆ ਵਾਹਿਗੁਰੂ ਰਾਮ ਰਾਮ ਜਪ ਲੈ ਤੇ ਉਨਾ ਹੀ ਉਹਦਾ ਭਲਾ। ਪਰ ਬ੍ਰਾਹਮਣ ਕਹਿੰਦਾ ਨਹੀਂ, ਸੁੱਚੇ ਹੋਣ ਦੀ ਵਿਧੀ ਹੈ, ਪਹਿਲਾਂ ਸੁੱਚੇ ਹੋਣਾ ਪੈਂਦਾ ਹੈ ਤੇ ਫੇਰ ਅਗਲੀ ਗੱਲ ਬਣਦੀ। ਤੇ ਜ਼ਿਮੀਂਦਾਰ ਕਹਿੰਦਾ, ਜੱਟ ਕਹਿੰਦਾ ਚੰਗਾ ਬ੍ਰਾਹਮਣ ਜੀ ਕੱਲ ਨੂੰ ਫਿਰ ਆਪਣੇ ਖੂਹ ਤੇ ਆ ਜਿਓ, ਉੱਥੇ ਮੈਨੂੰ ਦੱਸਿਓ ਵੀ ਕਿਵੇਂ ਸੁੱਚੇ ਹੋਈਦਾ। ਬ੍ਰਾਹਮਣ ਕਹਿੰਦਾ ਠੀਕ ਭਾਈ, ਕੱਲ ਨੂੰ ਤੇਰੇ ਖੂਹ ਤੇ ਤੈਨੂੰ ਦੱਸਾਂਗੇ ਵੀ ਸੁੱਚੇ ਕਿਵੇਂ ਹੋਈਦਾ। ਅਗਲੇ ਦਿਨ ਜੱਟ ਨੇ ਆਪਣਾ ਖੂਹ ਜੋੜਿਆ ਹੋਇਆ ਤੇ ਬ੍ਰਾਹਮਣ ਚਲਾ ਗਿਆ ਸੁੱਚਾ ਕਰਨ ਵਾਸਤੇ। ਜੱਟ ਨੂੰ ਪਹਿਲਾਂ ਕਹਿੰਦਾ ਵੀ ਇਧਰੋਂ 2 ਹੱਥ ਮਿੱਟੀ ਪੁੱਟ, ਫੇਰ ਕਹਿੰਦਾ ਇਧਰੋਂ 4 ਹੱਥ ਪੁੱਟ, 5-7 ਹੱਥ ਇਧਰੋਂ ਮਿੱਟੀ ਪਟਾ ਕੇ ਤੇ ਥੱਲਿਓਂ 1.25 ਮਣ ਮਿੱਟੀ ਪਟਾ। ਕਹਿੰਦਾ ਵੀ ਲੈ ਪੀ ਜਵਾਨਾ, ਹੁਣ ਤੈਨੂੰ ਸੁੱਚਾ ਕਰ ਦੇਣਾ ਅੱਜ। ਪਹਿਲਾਂ ਤਾਂ 1.25 ਮਣ ਮਿੱਟੀ ਪਹਿਲਾਂ ਬੜੀ ਚੰਗੀ ਤਰ੍ਹਾਂ ਜੱਟ ਦੇ ਉੱਪਰ ਤੇ ਖੂਹ ਦੇ ਪਾਣੀ ਕੱਢ ਕੇ ਪਾਈ ਜਾਵੇ।
फिर कहता भी लै भी 101 कुरली हुण तू है मिट्टी दे नाल मूंह माज माज के पानी नाल करनी है ते सुच्चा हो जाएगा। जमींदार कहता भी ठीक है। 101 कुरली भी कर ली, 1.25 मन मिट्टी मल के नहा भी लिया। तो जट कहता भी ब्राह्मण जी हुण हो गए बिल्कुल सुच्चे, ठीक ठाक हो गया काम। कहता भी हाँ जी हुण तू बिल्कुल सुच्चा हो गया। तो जट ने फिर बुक भरिया पानी का मूँह विच पा के ते पिचकारी बामण के मूँह के उत्ते मारी। कहता भी लै जद मेरू सारा झूठा कर दिता, मेरा सत्यानाश कर दिता, तू सवेर का जो मैं कीता सी। जट कहता भी तू आपे तो मैनू सुच्चा किया, इधरों 4 हथ मिट्टी पुट, इधरों 5 हथ पुट, ते 1.25 मन मिट्टी मल मल के मैनू नवा दिता, इन्नियां कुरलियां करके मैनू कहता तू सुच्चा हो गया। तो सुच्चा तो अजे बना होया, ते तू कहना मैनू झूठा कर दिता, फिर सुच्चा की होया? सुच्चा तो कुछ भी नहीं होया। सच्चे पातशाह महाराज जी जिहड़ा सानू सिद्धांत बख्शिया ना सिੱਖੀ ਦਾ, गरीब नवाज पातशाह महाराज जी का जिहड़ा पंथ है वेद कतेब तो नियारा, कर्मा कांडा वहिमा भरमा तो नियारा, ते गुरु पातशाह महाराज जी का सिख अपनी किरत कमाई करदा होया जिहड़ी रहत गुरु पातशाह महाराज जी ने सानू बख्शी है, सुचमताई बख्शी है, दुनिया दी झूठ तो बचदा होया, दुनिया दे झूठ तो बचदा होया, रहत मर्यादा दे विच रहिंदा होया, पूरा गुरु का सिख, 5 बाणियां दा नितनेमी, हर एक दे नाल प्यार करन वाला ते सारी दुनिया दे काम सवारन वाला, वो परमात्मा दे कोले प्रमाण लीक है। गुरु नानक पातशाह दे दर ते प्रमाण लीक है। सच्चे पातशाह कहते जिहड़ी इकल्ले कर्म कांड वाली सोच पवित्रता, इहदे नाल भी परमात्मा दी प्राप्ति नहीं, भावें कोई लखां वार करी जाए। जे कली सोचण की गल करिए भी विचार ही करी जानिया, सोची जाना कि मैं हुण इन्नियां किताबां लिख देनियां ने, मैं इन्ना आ लिटरेचर लिख देंगा, इन्ने भाषण लिख देंगा, कि मेरी सोच बड़ी वधिया है, मैं सोच सोच के दुनिया नूं जो मर्जी कर सकदा हां। ते पातशाह कहंदे नहीं, सोचै सोच ना होवई। दुनियावी गल्लां सोचण दे नाल परमात्मा प्रति सोच पैदा नहीं हुंदी। सच्चे पातशाह का वचन करते ने, हर का नाम ना जपस गवारा, क्या सोचै बारंबारा। प्यारिया परमात्मा का जे नाम नहीं ना जपदा ते वारी वारी जो मर्जी सोची जा, नहीं गल बनदी। पातशाह फरमान कर लगे, प्यारिया गरजादियां गल्लां विचारां सोचण दे नाल भी परमात्मा प्रति सोच पैदा नहीं हुंदी, भावें लखां वार सोची जा। पहली पौड़ी दी दूजी पंक्ति आपां सरवण कीती, चुप्पै चुप ना होवई, जे लाए रहा लिव तार। जे तेल दी धार वांगू लिव ला करके ते चुप हो जाए कोई भी मैं हुण चुप कर गया ते दूजे नाल गलबात नहीं करनी, यह भी गुरमत दे विच प्रमाण लीक नहीं। 4 तरह का मौन विद्वानां ने दस्सिया, जड़ मौन, काष्ट मौन, गुंग मौन ते ज्ञान मौन। सो इस तरीके दे नाल कोई तां शुरू तो ही जन्म तो लै करके गूंगा हुंदा ते नहीं बोलिया जांदा। कई इस तरीके दे नाल अपने मूर्खपुणे करके चुप रहिंदे ने। सो कई ज्ञान करके चुप रहिंदे ने, ज्यादा खांदे पींदे भी घट ते बोलदे भी बहुत ज्यादा घट। पर कई पखंडी मोनी हुंदे ने, बोले नहीं होए बैठा मोनी। पातशाह दी अमृतमई बाणी दा फरमान, बोले नहीं होए बैठा मोनी, अंदर कपट भवाइए जोनी। अंदर का कल्पनावां दी गंढ बजी हुई है, अंदर कपट छालक है। मोनी होए बैठा एकांती, हृदय कल्पन गाठा। अंदर गढ़ड़ी बजी हुई है कल्पना दी, पर बाहर मोनी होया बैठा भी मैं बोलदा नहीं। 10वें पातशाह महाराज जी का दीवान लगा होया आनंदपुर साहिब दे विच। गुरु के प्यारे सिख संगतां बैठियां होइयां शोभा पा रहीआं ने। एक मोनी साधु आ गया, बोले ना ते इशारियां दे नाल ही सिखां नूं समझावे। सतगुरु पातशाह महाराज जी नूं गुरु के प्यारे सिख कहंदे, महाराज वेखो साधु बड़ा आया जे, ते गलबात नहीं जे करदा, मुख तो बोलदा नहीं, ते इशारियां दे नाल ही समझाउंदा ते जां लिख के दिंदा। महाराज कहते पखंडी मोनी है, ये पखंड का तुहानूं पता लग जाएगा छेती ही। सतगुरां ने 2 दिन बड़ा प्रेम प्यार उहदे नाल कीता, बड़ा सोहना नूं प्रसाद देना, लागे बिठा लेना, ते आकड़ गया मोनी भी मेरा काम चल पिया चंगा।
ਇਹ ਗਰੀਬੜੇ ਜੇ ਸਿੱਖ ਨੂੰ ਮਹਾਰਾਜ ਨੇ ਬੁਲਾ ਕੇ ਕੰਨ ਵਿੱਚ ਕਿਹਾ ਤੇ ਮੁੜ ਕੇ ਸੁਣਾ ਕੇ ਕਹਿਣ ਲੱਗੇ ਵੀ ਕੱਲ ਨੂੰ ਤੇਰੇ ਘਰ ਮੋਨੀ ਜੀ ਦਾ ਪ੍ਰਸ਼ਾਦਾ ਤੇ ਮੋਨੀ ਜੀ ਦੀ ਸੇਵਾ ਕਰਨੀ ਚੰਗੀ ਕੜਾਹ ਪੂੜਿਆਂ ਦੇ ਨਾਲ। ਤੇ ਸਿੱਖ ਕਹਿੰਦਾ ਸਤ ਬਚਨ ਜੀ ਮਹਾਰਾਜ ਕੱਲ ਨੂੰ ਮੈਂ ਸੇਵਾ ਕਰਾਂਗਾ ਜਥਾ ਸ਼ਕਤ ਜੋ ਆਪ ਜੀ ਨੇ ਬਖਸ਼ਿਆ ਘਰ ਵਿੱਚ। ਮੋਨੀ ਜੀ ਨੂੰ ਬੇਨਤੀ ਕਰ ਦਿੱਤੀ, ਮੋਨੀ ਜੀ ਕੱਲ ਨੂੰ ਦਾਸ ਦੇ ਘਰ ਵਿੱਚ ਪ੍ਰਸ਼ਾਦਾ ਛਕਿਓ। ਗੁਰੂ ਦਾ ਪਿਆਰਾ ਸਿੱਖ ਸੀ, ਗਰੀਬ। ਜਦੋਂ ਮੋਨੀ ਅਗਲੇ ਦਿਨ ਗੁਰੂ ਕੇ ਪਿਆਰੇ ਦੇ ਨਾਲ ਉਹਦੇ ਘਰ ਦੇ ਵਿੱਚ ਗਿਆ ਤੇ 2-3 ਦਿਨਾਂ ਦੀ ਬੇਹੀ ਰੋਟੀ ਨਾਲ ਅਦਰਜੇ ਜੇ ਛੋਲੇ ਰੱਖ ਦਿੱਤੇ ਤੇ ਪਾਣੀ, ਠੰਡੇ ਗਲਾਸ ਦਾ ਪਾਣੀ ਭਰ ਕੇ, ਪਾਣੀ ਦਾ ਗਲਾਸ ਭਰ ਕੇ ਵਾਹਿਗੁਰੂ ਉਹ ਅੱਗੇ ਰੱਖ ਦਿੱਤਾ। ਮੋਨੀ ਨੇ ਇੱਕ ਬੁਰਕੀ ਪਾਈ ਪਾਣੀ ਨਾਲ ਭਿਉਂ ਕੇ, ਪਰ ਗੱਲ ਨਾ ਬਣੀ। ਉੱਥੇ ਪ੍ਰਸ਼ਾਦਾ ਸੁੱਟ ਕੇ ਦੇ ਵਾਪਸ ਭੱਜਿਆ ਆ। ਗੁਰੂ ਪਾਤਸ਼ਾਹ ਦਾ ਸਿੱਖ ਵੀ ਵਾਪਸ ਗੁਰੂ ਪਾਤਸ਼ਾਹ ਜੀ ਦੇ ਕੋਲੇ ਆ ਗਿਆ। ਕਲਗੀਧਰ ਪਾਤਸ਼ਾਹ ਮਹਾਰਾਜ ਸਿੱਖ ਨੂੰ ਬੁਲਾ ਕੇ ਕਹਿੰਦੇ ਵੀ ਮੋਨੀ ਜੀ ਦੀ ਸੇਵਾ ਕੀਤੀ ਹੈ ਜਿੱਦਾਂ ਕਿਹਾ ਸੀ? ਤੇ ਸਿੱਖ ਕਹਿ ਲੱਗਾ ਹਾਂਜੀ ਮਹਾਰਾਜ, ਜੋ ਆਪ ਜੀ ਨੇ ਘਰ ਵਿੱਚ ਬਖਸ਼ਿਆ ਮੈਂ ਬਹੁਤ ਸਾਰੇ ਪਦਾਰਥ ਅੱਗੇ ਰੱਖ ਕੇ ਸੇਵਾ ਕੀਤੀ ਹੈ, ਬੜੀ ਰੀਝ ਦੇ ਨਾਲ, ਖੁਸ਼ੀ ਨਾਲ ਸੇਵਾ ਕੀਤੀ ਹੈ। ਜਦੋਂ ਗੁਰੂ ਕਾ ਸਿੱਖ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕਹਿਣ ਲੱਗਿਆ ਤੇ ਮੋਨੀ ਫਿਰ ਬੋਲ ਪਿਆ, ਕਹਿੰਦਾ ਮਹਾਰਾਜ ਬਿਲਕੁਲ ਝੂਠ ਬੋਲਦਾ, ਜਿਹਨੇ ਕੁਝ ਨਹੀਂ ਮੈਨੂੰ ਛਕਾਇਆ, ਨਾ ਕੜਾਹ ਬਣਾਇਆ ਨਾ ਪੂੜੀਆਂ ਬਣਾਈਆਂ, ਬਿਲਕੁਲ ਝੂਠ ਬੋਲਦਾ ਜੇ। ਤੁਹਾਡੇ ਕੋਲੇ ਮਹਾਰਾਜ ਝੂਠ ਬੋਲੀ ਜਾਂਦਾ ਵੀ ਮੈਂ ਬੜੀ ਸੇਵਾ ਕੀਤੀ, ਮੇਰੀ ਤਾਂ ਸੇਵਾ ਨੇ ਕੀਤੀ ਕੁਛ ਨਹੀਂ। ਗੁਰੂ ਪਾਤਸ਼ਾਹ ਕਹਿੰਦੇ ਪਿਆਰਿਆ, ਜੋ ਕੁਛ ਉਹਦੇ ਘਰ ਦੇ ਵਿੱਚ ਹੈ ਸੀ ਉਹ ਤੇਰੀ ਸੇਵਾ ਨੇ ਕਰ ਦਿੱਤੀ ਹੈ, ਪਰ ਤੇਰਾ ਮੋਣ ਵੇਖਣਾ ਸੀ ਵੀ ਤੇਰਾ ਮੋਣ ਕਿੰਨਾ ਕੁ ਹੈ, ਕਾਹਦੇ ਵਾਸਤੇ ਤੂੰ ਮੋਣ ਧਾਰਿਆ ਹੋਇਆ। ਸਤਿਗੁਰੂ ਕਹਿੰਦੇ ਇਹ ਪਖੰਡੀ ਮੋਨੀ ਹੈ, ਸਿਰਫ ਲੋਕਾਂ ਨੂੰ ਠੱਗਣ ਵਾਸਤੇ, ਲੋਕ ਵਿਖਾਵੇ ਵਾਸਤੇ ਵੀ ਮੈਂ ਕਿਸੇ ਨਾਲ ਬੋਲਦਾ ਨਹੀਂ। ਹਿੰਦੁਸਤਾਨ ਦੇ ਜਦੋਂ ਕਿਤੇ ਤੀਰਥਾਂ ਤੇ ਜਾਈਏ ਨਾ, ਬਾਹਰ ਪੰਜਾਬੋਂ ਬਾਹਰ ਨਿਕਲੀਏ, ਤਰ੍ਹਾਂ ਦੇ ਭੇਖਾਂ ਵਾਲੇ ਸਾਧੂ ਮਿਲਦੇ ਨੇ ਤੇ ਉਹਨਾਂ ਦੇ ਆਪੋ ਆਪਣੇ ਸਿਧਾਂਤ ਤੇ ਆਪੋ ਆਪਣੇ ਨਿਯਮ। ਪਰ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜੋ ਸਾਨੂੰ ਸਿਧਾਂਤ ਬਖਸ਼ਿਆ, ਭਾਈ ਗੁਰਦਾਸ ਸਾਹਿਬ ਪ੍ਰਮਾਣ ਕਰਦੇ ਨੇ, ਥੋੜਾ ਖਾਣਾ ਸੌਣਾ, ਥੋੜਾ ਬੋਲਣ ਗੁਰਮਤਿ ਪਾਏ। ਥੋੜਾ ਖਾਣਾ, ਥੋੜਾ ਸੌਣਾ, ਥੋੜਾ ਬੋਲਣਾ, ਇਹ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰਮਤਿ ਹੈ। ਇਵੇਂ ਗੱਪਾਂ ਵੀ ਨਹੀਂ ਮਾਰੀ ਜਾਣੀਆਂ ਜੇ ਵਿਹਲੇ ਆ ਤੇ ਗੱਲਾਂ ਹੀ ਕਰੀ ਜਾਣੀਆਂ ਨਹੀਂ। ਜੇ ਵਿਹਲੇ ਆ ਤੇ ਬਾਣੀ ਪੜ੍ਹ ਲਈ ਜਾਏ, ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰ ਲਿਆ ਜਾਏ, ਮੂਲ ਮੰਤਰ ਦੇ ਪਾਠ ਕਰ ਲਏ ਜਾਣ। ਅਗਰ ਉਦਾਂ ਵੀ ਅਸੀਂ ਬਾਣੀ ਪੜ੍ਹਦੇ ਹਾਂ, ਯਤਨ ਕਰੀਏ ਵੀ ਬਿਲਕੁਲ ਨਾ ਹੀ ਬੋਲਿਆ ਜਾਏ ਬਾਣੀ ਪੜ੍ਹਦੇ ਹਾਂ, ਤੇ ਯਤਨ ਕਰਨਾ ਚਾਹੀਦਾ ਵੱਧ ਤੋਂ ਵੱਧ ਵੀ ਨਾ ਕੋਈ ਗੱਲ ਵਿੱਚੋਂ ਹੋਵੇ। ਪਰ ਜੇ ਕੋਈ ਬਹੁਤ ਜ਼ਿਆਦਾ ਹੀ ਜ਼ਰੂਰੀ ਲੋੜ ਪੈ ਜਾਏ ਵੀ ਨਾ ਹੀ ਸਰਦਾ ਹੋਵੇ ਤੇ ਵਿੱਚੋਂ ਇੱਕ ਅੱਧੀ ਗੱਲ ਕਰਨ ਦਾ ਕੋਈ ਡਰ ਵੀ ਨਹੀਂ, ਪਰ ਯਤਨ ਕਰਨਾ ਚਾਹੀਦਾ ਵੀ ਆਪਣੇ ਨਿਤਨੇਮ ਦੇ ਵਿੱਚ ਨਾ ਬੋਲਿਆ ਜਾਏ, ਨਿਤਨੇਮ ਵਿੱਚੋਂ ਬਿਨਾਂ ਬੋਲਣ ਤੋਂ ਕੀਤਾ ਜਾਏ। ਇਹ ਗੁਰਮਤਿ ਹੈ, ਗੁਰਮਤਿ ਦਾ ਮੋੜ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਕੀਤਾ, ਪਿਆਰਿਓ ਚੁੱਪੈ ਚੁੱਪ ਨਾ ਹੋਵਈ, ਜੇ ਲਾਏ ਰਹਾ ਲਿਵਤਾਰ। ਜੇ ਤੇਲ ਦੀ ਧਾਰ ਵਾਂਗੂ ਲਿਵ ਲਾ ਕਰਕੇ ਕੋਈ ਚੁੱਪ ਕਰਨਾ ਚਾਹੇ ਤੇ ਮਨ ਚੁੱਪ ਨਹੀਂ ਹੁੰਦਾ। ਜੇ ਜ਼ੁਬਾਨ ਚੁੱਪ ਹੋ ਗਈ, ਮੂੰਹ ਚੁੱਪ ਹੋ ਗਿਆ, ਪਰ ਦਿਲ ਅੰਦਰਲਾ ਤਾਂ ਕਈ ਵਿਚਾਰਾਂ ਕਰਦਾ ਫਿਰਦਾ ਹੈ। ਦਿਲ ਤਾਂ ਤਰ੍ਹਾਂ ਦੀਆਂ ਗੱਲਾਂ ਬਣਾਉਂਦਾ ਫਿਰਦਾ ਹੈ। ਗੱਲ ਕੀ ਜ਼ੁਬਾਨ ਚੁੱਪ ਕਰਨ ਦੇ ਨਾਲ ਚੁੱਪੈ ਚੁੱਪ ਨਾ ਹੋਵੇ, ਅੰਦਰ ਮਨ ਚੁੱਪ ਨਹੀਂ ਹੋਏਗਾ। ਭਾਵੇਂ ਕੋਈ ਤੇਲ ਦੀ ਧਾਰ ਵਾਂਗੂ ਇੱਕ ਤਰੀਕੇ ਨਾਲ ਤਾਰ ਇੱਕ ਰਸ ਬੰਨ ਕੇ ਯਤਨ ਕਰਦਾ ਫਿਰੇ। ਉਤਰੀ ਜੇ ਬੰਨਾ ਪੁਰੀਆਂ ਭਾਰ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਪਹਿਲੀ ਪੌੜੀ ਦੀ ਤੀਜੀ ਪੰਕਤੀ ਫਰਮਾਨ ਕਰਦੇ ਨੇ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਪਿਆਰਿਆ, ਜਿਹਦੇ ਅੰਦਰ ਪਦਾਰਥਾਂ ਦੀ ਭੁੱਖ ਲੱਗ ਗਈ, ਤ੍ਰਿਸ਼ਨਾ ਦੀ ਭੁੱਖ ਲੱਗ ਗਈ, ਉਹਦੀ ਭੁੱਖ ਕਦੇ ਵਾਸਤੇ ਉਤਰ ਨਹੀਂ ਸਕਦੀ। ਪੇਟ ਭੁੱਖਾ ਤਾਂ ਰੱਜ ਸਕਦਾ ਹੈ, ਪਰ ਨੀਤ ਭੁੱਖੀ ਨਹੀਂ ਰੱਜ ਸਕਦੀ, ਮਨ ਭੁੱਖਾ ਨਹੀਂ ਰੱਜ ਸਕਦਾ। ਕਿਉਂਕਿ ਤ੍ਰਿਸ਼ਨਾ ਦੀ ਅਗਨੀ ਐਸੀ ਲੜ ਲੜ ਕਰਕੇ ਬਲਦੀ ਹੈ। ਜੇ ਕੋਈ ਇਹ ਗੱਲ ਕਹੇ ਵੀ ਆਹ ਜਿਹੜੀ ਅੱਗ ਬਲ ਰਹੀ ਹੈ, ਇਹਦੇ ਵਿੱਚ ਮੈਂ ਲੱਕੜਾਂ ਪਾ ਕਰਕੇ ਤੇ ਅੱਗ ਨੂੰ ਐਨ ਰਜਾ ਦੇਣਾ, ਤੇ ਜਦੋਂ ਅੱਗ ਰੱਜ ਜਾਏਗੀ ਤੇ ਫਿਰ ਆਪਣੇ ਆਪ ਹੀ ਬੁਝ ਜਾਏਗੀ। ਪਰ ਨਹੀਂ,
पातशाह जी धुर की बाणी विच प्रमाण करते हैं, जो पावक ईंधन नहीं धरापै बिन हर कहा अगाई। जिवें अग लकड़ा पाउण दे नाल नहीं ना रजदी, इवें मनुख दा जिहड़ा मन है ये कदी वास्ते रजदा नहीं परमात्मा दे नाम तो बिना, जिन्ना चਿਰ गुरु पातशाह संतोख नहीं बख्शदे। पातशाह प्रमाण करते हैं, भुखिया जिन्हों पदार्थां दी भुख लग गई, दुनिया की वडियाई की भुख लग गई, दुनिया के लालचां की भुख लग गई, ओदी भुख कदी वास्ते उतर नहीं सकती। कोई 2-4 लाख करोड़ तां की पातशाह प्रमाण करते हैं, जे बन्ना पुरिया भार, जे तिन्ना पुरियां दा विष्णुपुरी ब्रह्मपुरी, सो इस तरीके दे नाल शिवपुरी, जिन्नियां देवतियां दियां पुरियां ਜਾਂ जिन्ने दुनिया के लोग ने, दुनिया के देश ने, उन्होंने देशों के खजानिया का भार भी जे बन दईए तो भुखे मनुख की कदी वास्ते भुख उतरती नहीं। सच्चे पातशाह महाराज जी ने धुर की बाणी विच फरमान किया, लोभी कावे साहो ना कीजे। प्यारिया जिहड़ा लोभी मनुख है ना, जिहदी भुख उतरती नहीं, जिहड़ा संतोखी नहीं है, ओदा कदी वास्ते वसा ना करी। जे का पार वसाए, जे तू पार वसना चाहता है, जे संसार समुद्र तो पार होना चाहना है, लोभी दे नाल कदी दोस्ती ना करी। संतां महापुरुषां ने कथा करदियां व्याख्या करदियां होया लोभी मनुख नूं हलके कुत्ते दे नाल प्रमाण दिता। ते धुर की बाणी विच भी सच्चे पातशाह प्रमाण करदे ने, जिउं कूकर हरकाया धावे दह दिस जाए, ते ओ लोभी जंत न जानी भख अपख सब खाए। जिवें हलकिया होया कुकर, जिहड़े परिवार ने, जिहड़े मनुख ने कुत्ता रखिया, छोटा जिहा बच्चा पालिया, सारी उम्र जिहदे कोले रहा, ते जदों कुत्ता हलक पवे ते फिर अपने मालक नूं ही वड्डण लग पैंदा, अपने घर वालियां नूं ही वड्डण लग पैंदा, ते बगानियां नूं ही वड्डण लग पैंदा। हलका कुत्ता फिर पानी तो डरदा, पानी दे लागे नहीं जांदा, पानी लागे जाण नाल ओदी मौत है। ते गुरु पातशाह महाराज जी ने धुर की बाणी विच लोभी मनुख दा दृष्टांत प्रमाण कुत्ते दे नाल दिता। पातशाह कहंदे, जिहड़ा मनुख लोभी हो जावे, जिहदे अंदर लोभ दा कुत्ता आ जावे, ਉਹ फिर अपने मां प्यो ਨੂੰ नहीं बख्शदा, अपने भैन भरावां ਨੂੰ नहीं बख्शदा। लोभ दे विच आके दूजिਆਂ ਦੀ ਜਾਇਦਾਦ ਮਾਲ ਅਸਬਾਬ ਖੋ के अपने कोले अपने अधीन करना चाहुंदा है। ते सत संगत रूपी पानी तो फिर वो डरदा, क्योंकि गुरु की संगत में सच्चा उपदेश मिलना, सच दा धारनी मनुख ही, सच्चार सिख ही गुरु पातशाह के चरणों में बैठ सकता है। कूड़े आरा में जाके रलते हैं। वो सत संगत रूपी जल तो डरदा है। ते लोभी मनुख जिहड़ा वो घर वालियां दे नाल भी ठगी मारदा है, उन्हां दे नाल लोभ कमाउंदा होया उन्हां नूं भी दगा दिंदा है। आपां दुनिया विच किन्नियां कहानियां पढ़दे हैं कि लोभ दे विच आ करके किसी मनुख ने अपने मां प्यो नूं ही मुका दिता, किसी ने अपने भरावां नूं मार मुका दिता, किसी ने अपने परिवार नूं मार मुका दिता। काहदे वास्ते? जमीन जायदाद वास्ते, पैसे वास्ते, माल असबाब वास्ते। ते पातशाह फरमान करदे, प्यारिया लोभी कावे साहो ना कीजे, जे का पार वसाए अंत काल तिथे धुए जिथे हथ ना पाए। लोभी नूं अंत वेले उत्थे धुया जाएगा जिथे उहदा हथ नहीं किते पएगा, हथ नहीं किते अड़ेगा। गुरु पातशाह महाराज ने नाल सजा भी दसी है। ते गरीब नवाज पातशाह महाराज कृपा करदे, प्यारिओ भुखिया भुख ना उतरी। जिहड़ा लोभी मनुख है, भुखा मनुख है, ओदी भुख कदी वास्ते उतरदी नहीं, भावें उहनूं पुरियां दा भार बन के दे दईए, बहुत दुनिया के खजाने बन के दे दईए। संत ज्ञानी जरनैल सिंह जी खालसा महापुरुष कथा विचार सुनाउंदे आ एक व्यंगमई साखी सुनाउंदे सी भी तृष्णालु मनुख किहो जिहा हुंदा, जिहदे अंदर तृष्णा लगी होवे वो की कर सकदा है। कहंदे कई कोई मनुख किसी महात्मा की सेवा करया करे ते ओहदे अंदर ये गल रोज घर कर गई सी भी जे संत किते मैनूं बचन कर देन ते मैनूं माया बहुत मिल जाए। साध संगत ख्याल करियो, गुरु की बाणी नूं पढ़ के असीं जिहड़ी चीज मुकाउणी सी ना अंदरों, ਉਹ ਚੀਜ਼ ਅਸੀਂ ਬਾਣੀ ਵਿੱਚੋਂ ਲੱਭਦੇ ਹਾਂ।
आम तौर पर कई प्रेमी पूछते हैं महापुरुषो ये गल दसो, वो शब्द दसो कि बाणी का जिहड़ा शब्द पढ़ के माया बहुत ही प्राप्त होए। बाणी पढ़ के जिहड़ी चीज का मोह मिटाउणा सी ना, बाणी का वो शब्द दसो जिहड़े शब्द नूं पढ़ के माया प्राप्त होए। ते कल भी बेनती की सी, दो वचन आउंदे ने गुरमत विच, एक है माया ते एक है मया। जे मम्मे नूं कन्ना ला के पढ़दी ते माया पाठ हो जाएगा, जे मम्मे दा कन्ना कढ़ दे ते मया हो जाएगा। ते अर्थ दोवां दे वखरे ने। माया दा अर्थ है छल, आपां पढ़दे ने माई माया छल, तृण की अगन मेघ की छाया, गोबिंद भजन बिन हड़का जल। माया दा अर्थ है छल, माया दा अर्थ है ममता, माया दा अर्थ है परमात्मा नालों विछोड़ा। ते जे मम्मे नूं कन्ना कट के ते मया शब्द पढ़ जाइए ते ओदा अर्थ बिल्कुल बदल जाएगा, दूजे पासे हो जाएगा। मया दा अर्थ है गुरु दी कृपा, गुरु दी रहमत, गुरु दी बख्शिश। हुण लैणी असीं गुरु पातशाह दे घर विचों मया सी ते लभदे हैं माया। कि बाणी दा कोई इहो जिहा शब्द साडे पल्ले पै जाए जिन्हों पढ़ के साडी माया प्राप्त हो जाए। प्यारिया गुरु पातशाह दे कोलों मया मंग, मया कृपा मंग, ते माया अपने आप ही आ जाएगी। माया मंगण की जरूरत नहीं। असी परछावां लभदे हैं ते सूरज नूं छड्डदे हैं। सो वो मनुख सेवा करया करे भी मैनूं माया बाहली प्राप्त होए। ते महापुरुष तां व्यंग च सुनाया करदे सी, कोई शिव जी की पूजा करदा सी ते कहंदे उहनूं फिर 4 मोमबत्तियां दित्तियां भी लै प्रेमिया जे तैनूं माया चाहिदी आ ले 4 मोमबत्तियां, ते जदों तैनूं माया की लोड़ होवे ते एक नूं जगा के ते चढ़दे वाले पासे चले जी, जिथे वो मोमबत्ती बुझे मुक जाए थल्लेों थां पुटेगा ते माया मिलेगी। पहली मोमबत्ती जगाई ते चलिया गया, जिथे बुझी उत्थे जाके थल्लेों पुट के वेख्या ते खजाना मिलिया, चांदी दे पैसे मिले, बहुत रुपये मिले, पंडा मन के लै आया। पर मन रज्जिया ना, भुखे दा भुखा ही रहा। खजाना मिल गया पर मन ना रज्जिया। घर आके विचार की भी 3 मोमबत्तियां जे अपने कोले पईयां ने ते दूजी जगा के भी वेखीए। दूजी जगा के उत्तर वाले पासे नूं चले गया, उथों पुट्टिया ते उथों सोने दियां मोहरां मिलियां, खजाना मिलिया। वो भी नभ दिता मिट्टी पा के भी कोई नहीं, इहदा हुण आपां नूं पता लग गया ते जदों लोड़ पैगी उदों पुट के लै जावांगे। तीजी मोमबत्ती जगाई ते तीजे पासे नूं भी चले गया, उथों भी खजाना मिलिया, हीरे जवाहरात माणक मिले ते उपर मिट्टी पा दित्ती भी कोई नहीं, इहनूं आपां नूं पता है, फिर जदों जी करेगा पुट लवांगे। हुण चौथी मोमबत्ती बारे आख्या से भी ये ना जगावी, ये मोमबत्ती तेरे जगाउण वाली नहीं, इहनूं ना किते जगावी। मन में सोचा भी तिन्ने पासे गया, एक पासों मोहरा मिलियां, एक पासों रुपये मिले, तीजे पासों हीरे जवाहरात माणक मिले। वो खजाने तो हुण अपने अधीन हो गए ने ते आ चौथी कहंदे जगाई ना ते होवे ना ते वेखण च की हर्ज है। कई बार आपां वेखदे फस जांदे ने भी कोई नहीं फलाने बाबे कोले जाके वेख लैंदे, वेखण च की हर्ज है। ते जदों फिर सानूं फसा लैंदा फिर पता लगदा कि हुण जाल च असीं फस चुके हैं। आड़े तांत्रिक धागे तवीतां वाले जिन्हां दे वड्डियां वड्डियां आइडां आउंदियां ने, असीं वेखदे वेखदे ही फस जांदे ते जदों सानूं अपने जाल चों फसा लैंदे ने फिर निकलिया नहीं जाता। फिर वो घुम्मण घेरी विच पाई छड्डदे ने ते परिवार विच फिर वो इस तरीके दे नाल झगड़े लड़ाइयां कराई रखदे ने ते बंदा उन्हां दे जाल च फसिया रहिंदा। जिहड़े कि पखंडी दंभी जिवें राधा स्वामी, झूठे सौदे वाले, नरक धारीए, इन्हां ने आसरा ते लैना हुंदा गुरु की बाणी दा, गुरु दे शब्दां दा। ते सिख विचारा भोला भाला फस जांदा भी उत्थे भी तां बाणी पढ़दे, उत्थे भी तां शब्द ही दसदे ने ते वेखण च की हर्ज है। ते वेखदियां वेखदियां बाणी करके असीं फस जाने। शिकारी ने जिहो जिहा पंछी फसाउणा होवे ना, मच्छी फड़नी होवे ते गडोआ सुੱਟਦੇ ਨੇ, आटा सुੱਟਦੇ ने कुंडी 'ਚ फसा के, कबूतर फड़ने होण ते ਉਹ दाणे पाउंदे ने, तोता फड़ना होवे ते अनार दा दाना रखदे ने। जिहो जिहा पंछी फड़ना, जिहो जिहा शिकार फड़ना ते उहो जिहा चोगा पाउणा पैंदा। हुण जे गुरु नानक पातशाह महाराज जी दे सिख नूं किसे पखंडी ने फसाउणा ते बाणी पढ़नी पैगी उहनूं। बाणी दे अर्थ नूं दसणे पैणगे, भावें अपनी मर्जी दे नाल ही कढ के दसदा होवे।
ਤੇ ਭੋਲਾ ਭਾਲਾ ਬੰਦਾ ਫਸ ਜਾਏਗਾ ਵੀ ਜੇ ਉੱਥੇ ਵੀ ਤਾਂ ਬਾਣੀ ਦੱਸਦੇ ਨੇ, ਉੱਥੇ ਕਿਹੜੀ ਕੋਈ ਹੋਰ ਗੱਲ ਦੱਸਦੇ ਨੇ। ਅਸਲ ਜਿਹੜੀ ਗੱਲ ਅਸੀਂ ਪਹਿਲੀ ਕਲਾਸ ਤੋਂ ਸ਼ੁਰੂ ਕਰਨੀ ਹੁੰਦੀ ਹੈ ਨਾ, ਉਹ ਸਾਨੂੰ 10ਵੀਂ ਕਲਾਸ ਵਾਲੀ ਗੱਲ ਇੱਕੇ ਦਿਨ ਦੱਸ ਦਿੰਦੇ ਨੇ, ਤੂੰ ਪਰਮਾਤਮਾ ਹੀ ਹੈ, ਬਸ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਨਹੀਂ। ਉਸੇ ਗੱਲ ਦੇ ਵਿੱਚ ਫਿਰ ਅਸੀਂ ਫਸ ਜਾਂਦੇ ਹਾਂ। ਉਹ ਫਿਰ ਸਿਵ ਸ਼ਕਤੀ ਦੀਆਂ ਗੱਲਾਂ ਤੇ ਪਤਾ ਨਹੀਂ ਇੱਧਰ ਉੱਧਰ ਦੀਆਂ ਗੱਲਾਂ, ਵਾਜਿਆਂ ਗਾਜਿਆਂ ਦੀਆਂ ਗੱਲਾਂ ਸਾਨੂੰ ਦੱਸ ਕੇ ਤੇ ਆਪਣੇ ਨਾਲ ਜੋੜ ਲੈਂਦੇ ਨੇ, ਤੇ ਵੇਖਦਾ ਵੇਖਦਾ ਹੀ ਬੰਦਾ ਫਸ ਜਾਂਦਾ। ਤੇ ਇਹਨੇ ਸੋਚਿਆ ਵੀ ਚੌਥੀ ਮੋਮਬੱਤੀ ਬਾਰੇ ਤਾਂ ਮੈਨੂੰ ਕਿਹਾ ਸੀ ਵੀ ਨਾ ਜਗਾਵੀਂ, ਤੇ ਪਰ ਵੇਖਣ 'ਚ ਕੀ ਹਰਜ ਜੇ, ਜਗਾ ਕੇ ਵੇਖ ਲੈਨੇ। ਚੌਥੀ ਵੀ ਜਗਾਈ ਤੇ ਦੱਖਣ ਵਾਲੇ ਪਾਸੇ ਨੂੰ ਚਲਿਆ ਗਿਆ। ਜਿੱਥੇ ਮੋਮਬੱਤੀ ਬੁਝੀ ਤੇ ਪੁੱਟ ਕੇ ਵੇਖਿਆ, ਥੱਲੇ ਸੋਨੇ ਦਾ ਦਰਵਾਜ਼ਾ ਨਿਕਲਿਆ। ਦਰਵਾਜ਼ੇ ਨੂੰ ਲੱਤ ਮਾਰੀ ਤੇ ਖੁੱਲ ਗਿਆ। ਥੱਲੇ ਪੌੜੀਆਂ ਉੱਪਰਿਆ, ਤਹਿਖਾਨੇ ਦੇ ਵਿੱਚ ਗਿਆ ਤੇ ਵੇਖਿਆ ਬੜਾ ਸੋਹਣਾ ਸੋਨੇ ਦਾ ਮਹੱਲ ਬਣਿਆ, ਸੋਹਣੀ ਰਚਨਾ ਰਚਾਈ ਹੋਈ। ਪਰ ਵੇਖਦਾ ਉੱਥੇ ਰਹਿਣ ਵਾਲਾ ਕੋਈ ਨਹੀਂ। ਮਨ ਵਿੱਚ ਖੁਸ਼ ਵੀ ਹੁੰਦਾ ਹੈ ਕੋਈ ਸੋਹਣੀ ਜਗ੍ਹਾ ਆਪਾਂ ਨੂੰ ਹੁਣ ਮਿਲ ਗਈ, ਜਦੋਂ ਮਰਜ਼ੀ ਆਇਆ ਕਰਾਂਗੇ। ਕਹਿੰਦੇ ਇੱਕ ਬੰਦਾ ਉੱਥੇ ਖੜਾ ਸੀ ਜਿਹਦੇ ਉੱਪਰ ਸ਼ਤੀਰ ਚੁੱਕਿਆ ਹੋਇਆ ਸੀ। ਜੇ ਆਪਾਂ ਕਹਿ ਲਈਏ ਵੀ ਲੋਹੇ ਦੇ ਗਾਡਰ ਆਦਿਕ ਹੁੰਦੇ ਨੇ, ਪੁਰਾਣੇ ਜ਼ਮਾਨੇ ਵਿੱਚ ਸ਼ਤੀਰ ਹੁੰਦੇ ਸੀ ਛੱਤ ਪਾਉਣ ਵਾਸਤੇ, ਲੱਕੜ ਦੀ, ਵੱਡੇ ਵੱਡੀ ਲੱਕੜ ਦੇ ਮੋਛੇ। ਉਹ ਬੰਦੇ ਨੇ ਸ਼ਤੀਰ ਚੁੱਕਿਆ ਹੋਇਆ ਤੇ ਥੱਲੇ ਖਲੋਤਾ ਹੈ। ਉਹਨੂੰ ਪੁੱਛਦਾ ਵੀ ਪਿਆਰਿਆ, ਘਰ ਤਾਂ ਬੜਾ ਸੋਹਣਾ ਪਰ ਰਹਿੰਦਾ ਕੋਈ ਨਹੀਂ ਇੱਥੇ। ਜਿੰਨੇ ਸ਼ਤੀਰ ਚੁੱਕਿਆ ਸੀ ਉਹਨੇ ਇਸ਼ਾਰਾ ਕੀਤਾ ਕਿ ਉਰੇ ਆ, ਪਹਿਲਾਂ ਸ਼ਤੀਰ ਥੱਲੇ ਸਿਰ ਦੇ ਤੇ ਫਿਰ ਤੈਨੂੰ ਦੱਸਦਾ। ਇਹ ਜਿਹੜਾ ਤ੍ਰਿਸ਼ਨਾਲੂ ਮਨੁੱਖ ਗਿਆ, ਉਹਨੇ ਸ਼ਤੀਰ ਥੱਲੇ ਸਿਰ ਦਿੱਤਾ ਤੇ ਉਹ ਸ਼ਤੀਰ ਥੱਲੇ ਨਿਕਲ ਕੇ ਭੱਜ ਤੁਰਿਆ। ਪਹਿਲਾਂ ਇਹ ਜਿਹੜਾ ਨਵੇਂ ਜਿਹੜੇ ਸਿਰ ਦਿੱਤਾ ਸੀ ਨਾ, ਇਹ ਕਹਿੰਦਾ ਪਿਆਰੇ ਮੈਨੂੰ ਦੱਸਦਾ ਜਾ ਵੀ ਇੱਥੋਂ ਦਾ ਕੀ ਵਾਤਾਵਰਨ ਹੈ। ਕਹਿੰਦਾ ਮੈਨੂੰ ਵੀ ਮੋਮਬੱਤੀਆਂ ਨੇ ਫਸਾਇਆ ਸੀ ਤੇ ਉਹਨਾਂ ਹੀ ਮੋਮਬੱਤੀਆਂ ਨੇ ਹੁਣ ਤੈਨੂੰ ਫਸਾਇਆ, ਤੇ ਜਦੋਂ ਤੇਰੇ ਨਾਲੋਂ ਵੱਧ ਕੋਈ ਤ੍ਰਿਸ਼ਨਾਲੂ ਆਵੇਗਾ ਉਹ ਤੈਨੂੰ ਹੁਣ ਛਡਾਏਗਾ ਇੱਥੇ ਆ ਕੇ, ਜਿਹੜਾ ਚੌਥੀ ਵੀ ਜਗਾ ਕੇ ਆਏਗਾ ਤੇਰੇ ਵੱਲ। ਇਹ ਵਿਅੰਗ ਹੈ ਇੱਕ, ਸਿਰਫ ਸਮਝਾਉਣ ਵਾਸਤੇ ਵੀ ਤ੍ਰਿਸ਼ਨਾਲੂ ਮਨੁੱਖ ਜਿਹੜਾ ਹੈ ਉਹ ਕੋਈ ਪਾਸਾ ਵੀ ਨਹੀਂ ਛੱਡਦਾ। ਹਰ ਪਾਸੇ ਲੁੱਟਣ ਦਾ ਯਤਨ ਕਰੇਗਾ, ਹਰ ਪਾਸੇ ਧਨ ਪਦਾਰਥ ਖਿੱਚਣ ਦਾ ਯਤਨ ਕਰੇਗਾ। ਉਹ ਗੁਰੂ ਵਾਲਾ ਪਾਸਾ ਵੀ ਨਹੀਂ ਛੱਡੇਗਾ, ਘਰ ਵਾਲਾ ਪਾਸਾ ਵੀ ਨਹੀਂ ਛੱਡੇਗਾ। ਜਿਹੜੇ ਪਾਸਿਓਂ ਮਾਇਆ ਪ੍ਰਾਪਤ ਹੋਈ ਆਪਣੀ ਜੇਬ ਭਰਨ ਦਾ ਯਤਨ ਕਰੇ। ਸੋ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਹਿੰਦੇ ਪਿਆਰਾ ਦਾ ਤ੍ਰਿਸ਼ਨਾਲੂ ਮਨੁੱਖ ਹੈ ਨਾ, ਉਸ ਭੁੱਖੇ ਦੀ ਕਦੀ ਵਾਸਤੇ ਭੁੱਖ ਉਤਰ ਨਹੀਂ ਸਕਦੀ, ਭਾਵੇਂ ਤਿੰਨਾਂ ਪੁਰੀਆਂ ਦੇ ਉਹਨੂੰ ਭਾਰ ਬੰਨ ਕੇ ਸਾਰੇ ਖਜ਼ਾਨੇ ਦੇ ਦਿੱਤੇ ਜਾਣ। ਸਹਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਤੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਪਿਆਰਿਓ, ਸਹਿਸ ਸਿਆਣਪਾ ਲੱਖ ਹੋਏ। ਸਹਿਸ, ਸਹਿਸ ਦਾ ਅਰਥ ਹੈ ਹਜ਼ਾਰ। ਹਜ਼ਾਰਾਂ ਹੀ ਕਿਤਾਬਾਂ ਦਾ ਭਾਵੇਂ ਲੱਖਾਂ ਗਿਆਨ ਮਨੁੱਖ ਨੂੰ ਹੋਵੇ, ਹਜ਼ਾਰਾਂ ਕਿਤਾਬਾਂ ਪੜ੍ਹੀਆਂ ਹੋਣ ਤੇ ਹਜ਼ਾਰਾਂ ਕਿਤਾਬਾਂ ਦੀ ਸਿਆਣਪਾਂ ਦਾ, ਲੱਖਾਂ ਕਿਤਾਬਾਂ ਦਾ ਸਿਆਣਪ ਭਾਵੇਂ ਮਨੁੱਖ ਦੇ ਕੋਲੇ ਹੋਵੇ, ਗਿਆਨ ਹੋਵੇ, ਪਰ ਉਹ ਕਿਤਾਬੀ ਗਿਆਨ ਇੱਕ ਪੈਰ ਵੀ ਨਾਲ ਨਹੀਂ ਚੱਲਦਾ, ਇੱਕ ਗਿਆਨ ਵੀ ਨਾਲ ਨਹੀਂ ਚੱਲਦਾ। ਸਹਿਸ ਸਿਆਣਪਾ ਲੱਖ ਹੋ ਗਏ। ਬੰਦੇ ਦੇ ਕੋਲੇ ਆਪਣੀਆਂ ਹਜ਼ਾਰਾਂ ਲੱਖਾਂ ਸਿਆਣਪਾਂ ਹੋਣ ਤੇ ਬੰਦਾ ਆਪਣੇ ਆਪ ਨੂੰ ਬਹੁਤ ਜ਼ਿਆਦਾ ਤੇਜ਼ ਸਮਝਦਾ ਹੋਵੇ ਵੀ ਮੇਰੇ ਵਰਗਾ ਸਿਆਣਾ ਹੈ ਹੀ ਕੋਈ ਨਹੀਂ। ਜਿਹੜੀ ਗੱਲ ਮੈਂ ਕਰ ਦਿੱਤੀ ਉਹ ਬਿਲਕੁਲ ਦਰੁਸਤ ਹੈ, ਜਿਹੜੀ ਗੱਲ ਮੈਂ ਕਰ ਦਿੱਤੀ ਬਿਲਕੁਲ ਪੱਥਰ ਤੇ ਲੀਕ ਹੈ, ਜਿਹੜਾ ਫੈਸਲਾ ਮੈਂ ਸੁਣਾ ਦਿੱਤਾ ਬਿਲਕੁਲ ਠੀਕ ਹੈ। ਕਈ ਵਾਰ ਬੰਦਾ ਆਪਣੇ ਆਪ ਨੂੰ ਜ਼ਿਆਦਾ ਸਿਆਣਾ ਸਮਝਣ ਲੱਗ ਪੈਂਦਾ। ਪਾਤਸ਼ਾਹ ਮਹਾਰਾਜ ਮਿਹਰ ਕਰਦੇ ਪਿਆਰਿਆ, ਦੁਨਿਆਵੀ ਤੇਰੇ ਕੋਲੇ ਲੱਖਾਂ ਸਿਆਣਪਾਂ ਹੋਣ ਪਰ ਇੱਕ ਨਾ ਚੱਲੇ ਨਾਲ, ਤੇ ਪ੍ਰਮਾਤਮਾ ਦੀ ਰਹਿਮਤ ਵਾਲੇ ਪਾਸੇ ਤੇਰੇ ਨਾਲ ਦੁਨਿਆਵੀ ਇੱਕ ਵੀ ਸਿਆਣਪ ਨਹੀਂ ਚੱਲ ਸਕਦੀ। ਪ੍ਰਮਾਤਮਾ ਮਿਲੇਗਾ ਭੋਲੇ ਭਾਅ ਨੂੰ, ਭੋਲੇ ਭਾਏ ਮਿਲੇ ਰਗਰਾਇਆ। ਪ੍ਰਮਾਤਮਾ ਨੂੰ ਜਦੋਂ ਪ੍ਰਾਪਤ ਕੀਤਾ ਭੋਲਿਆਂ ਨੇ ਪ੍ਰਾਪਤ ਕੀਤਾ ਹੈ, ਸ਼ੈਤਾਨਾਂ ਨੇ ਨਹੀਂ ਕੀਤਾ, ਜਿਆਦੀਆਂ ਸਿਆਣਪਾਂ ਵਾਲਿਆਂ ਨੇ ਨਹੀਂ ਕੀਤਾ, ਜਿਆਦੀ ਦਲੀਲਬਾਜ਼ਾਂ ਨੇ ਨਹੀਂ ਕੀਤਾ। ਦੁਨੀਆ ਦੀਆਂ ਭਾਵੇਂ ਲੱਖਾਂ ਦਲੀਲਾਂ ਆਉਂਦੀਆਂ ਹੋਣ, ਦੁਨੀਆ ਦੀਆਂ ਲੱਖਾਂ ਕਹਾਣੀਆਂ ਆਉਂਦੀਆਂ ਹੋਣ, ਦੁਨੀਆ ਦੀਆਂ ਲੱਖਾਂ ਕਿਤਾਬਾਂ ਦਾ ਮਨੁੱਖ ਦੇ ਕੋਲੇ ਗਿਆਨ ਹੋਵੇ, ਪਰਮਾਤਮਾ ਦੇ ਘਰ ਦੇ ਵਿੱਚ ਉਹ ਬਿਲਕੁਲ ਜ਼ੀਰੋ ਹੈ। ਪਾਤਸ਼ਾਹ ਮਹਾਰਾਜ ਜੀ ਨੇ ਧੁਰਕੀ ਬਾਣੀ ਵਿੱਚ ਫਰਮਾਨ ਕੀਤਾ, ਜੋ ਪ੍ਰਾਣੀ ਗੋਬਿੰਦ ਧਿਆਵੇ, ਪੜਿਆ ਅਣਪੜਿਆ ਪਰਮਗਤ ਪਾਵੇ। ਜਿਹੜਾ ਕੋਈ ਪਰਮਾਤਮਾ ਨੂੰ ਧਿਆਵੇਗਾ, ਭਾਵੇਂ
भावें वो पढ़िया होए किताबी ज्ञान ते भावें अनपढ़ होए उन्होंने परम गति प्राप्त होएगी, मुक्ति प्राप्त होएगी। जिहड़ा परमात्मा दे नाम नूं ध्याएगा, परमात्मा दे नाम नूं सिमरेगा। आस्था जी दी वार विच आपां पढ़दे सुणदे हां, पढ़िया होवे गुणहगार तां ओमी साध ना मारीए। ओमी दा अर्थ है अनपढ़। जे पढ़िया गुणगार होवे ना, बहुत ज्यादा गुनाह करदा होवे, ऐबां वाला होवे, पढ़िया लिखिया, ते पातशाह कहते ने ओमी साध ना मारीए। अनपढ़ साध नूं नहीं मारिया जाएगा जे वो परमात्मा दी भगती करदा है। पढ़े लिखे दे गल विच फांसी दा फंदा पै सकदा है, जमा दी फाही पै सकदी है, पर जिहड़ा अनपढ़ परमात्मा दा प्यारा है वो परमात्मा दे दरगाह ते कबूल है, प्रमाणिक है। सो महाराज मेहर करदे ने प्यारिया, सहस सियाणपा लख होए तां इक ना चले नाल। बंदे कोले अपनियां हजारां सियाणपा होण, लखां सियाणपा होण, पर होनी दे अगे एक भी नहीं चलदी। जदों परमात्मा मौत नूं भेजदा है ना, मौत दे सामने मनुख दी एक भी सियाणप कदी वास्ते चलदी नहीं। महापुरशक साखी सुनाया करदे सी, बहुत सोहणे दिमाग विचों साखी निकली। कहंदे एक दा नां अफलातू सी, वो मूर्तियां बड़ियां सोहणियां घड़ लैंदा सी ते ओने अपने शरीर वर्गियां कई मूर्तियां होर बना लियां ते दानिशमंद बहुत ज्यादा सी। जदों ओदी मौत दे दिन नेड़े आए ते पता लग गया भी हुण मेरी मौत नेड़े आउंदी जा रही है। कहंदे वो अपनियां मूर्तियां दे विच मूर्तियां वर्गा ही बन के बैठ गया, मूर्तियां वर्गा ही बन के बैठ गया। कहंदे जदों मौत आई, मौत ने वेख्या भी फलातू दा दिसदा ने एक दे थां ते 100 बैठा है। कहंदे वापस गई, ये किसी ने सानू समझाउण वास्ते कहानी बनाई। कहंदे वापस गई, परमात्मा नूं कहा तुसीं मैनूं अफलातू नूं मारन वास्ते घल्लिया, पर ओहदी थां ते तां कई बैठे हैं, ओहदे वर्गे दी पछाण मैनूं किद्दां आवे, मैं उहनूं मारां किवें। कहंदे परमात्मा ने उहनूं कहा भावें मूर्तियां सारियां इक्को जिहियां ते ओह भी उहनां दे विच बैठा होया, ते मनुख दे कोल एक बहुत वड्डी घाट है। कोई मनुख जिन्ना मर्जी सियाणा होवे ना, ते जे कोई ओहदी किसी गल विच नुक्स कढदा है ते ओह मनुख अपना नुक्स नहीं सुन सकदा, अपना नीवा पासा नहीं सुन सकदा। ओह फिर बोल पैंदा है ते कहंदे तू पहला जाके ओहदियां दोहां तिन्नां मूर्तियां दी सिफत करी पिया, बड़ियां सोहणियां ने, बनाउण वाले ने बहुत सोहणी रचना रचाई है, ते दोहां दा फिर नुक्स कढ दई भी दा नक विंगा है ते कंन विंगे ने, ते जिहड़ा असली होएगा अपने आप ही बोल पएगा। कहंदे मौत ने होनी ने इदां ही कीता, ओहदियां मूर्तियां दे विच आके ते पहले दी बहुत ज्यादा सलाहता कीती पिया तां मूर्ति बाहरी सोहणी किसी ने बनाई है, यह तां निरी मनुख वर्गी है, पता नहीं लगता भी जान हैगी कि नहीं, विच बिल्कुल मनुख वर्गी। दूजे दी भी सिफत कीती, तीजे दी भी कीती, ते चौथे नूं कहण लगी इहदे ते नक विंगा, इहदे कंन विंगे। जिहड़ा अफलातू बैठा सी ना मूर्तियां बनाउण वाला विच आकड़ के, ਉਹ ਕਹਿੰਦਾ भी बनाइया तो मैं बड़िया सोहणियां ने, पर नुक्स तो हुण पहली वार ही कढ़िया। तेरे तो पहला बड़े लोगों ने मूर्तियां वेखियां, उन्होंने नुक्स कोई नहीं कढ़िया। ये मैं बनाइया ने, मेरे बनाए दा तू नुक्स किवें कढ़ सकदी है। जदों बोल पिया ते होनी कहंदी तैनूं ही लभ रही सा, तैनूं बुलाउण दा यतन कर रही सा भी बोल पवें, ते तेरी सियाण कोल चलनी नहीं, चल हुण तैनूं जाना ही पएगा दरगाह विच। पातशाह फरमान करते ने प्यारिया, भावें एक सियाणप तां की हजारां लखां सियाणपां भावें तेरे कोले होण, ते परमात्मा दी होनी दे अगे ਉਹ तेरी कोई भी सियाणप चलण वाली नहीं है। किव सचियारा होई है, किव कूड़े टुटे पाल। ते गरीब नवाज पातशाह महाराज कृपा करते ने प्यारिओ, किव सचियारा होई है, क्वेश्चन है, प्रश्न है कि ਇਹ ਦੱਸੋ महाराज फिर सचियार किवें होईए, सच्चे किवें होईए, परमात्मा दे दर ते प्रमाण नहीं किवें होईए। किव सचियारा होईए, किव कूड़े टुटे पाल। पाल दा अर्थ हुंदा है पर्दा, पाल दा अर्थ हुंदा है कंध। ते आम ही कहावत है भी कंध ओले प्रदेश। कोई बंदा कंध दे ओले दूजे पासे है ते अखां दे हिसाब दे नाल ओह प्रदेश है, क्योंकि अखां दी पहुंच विच नहीं, अखां दी पकड़ विच नहीं। पातशाह प्रमाण करते ने किव कूड़े टुटे पाल। महाराज ये कृपा करके दसो
कि कूड़ दी कंध किवें टुटे, कूड़ वाला किनारा किवें टुटे, कूड़ दा पर्दा किवें दूर होए। ते गरीब नवाज पातशाह महाराज जी फिर इन्हां क्वेश्चनां दा, इन्हां प्रश्नां दा जवाब दिंदे ने। सच्चे पातशाह महाराज अगली पंक्ति विच दसदे हन, हुक्म रजाई चलना नानक लिखिया नाल। गरीब नवाज पातशाह महाराज कृपा करते ने प्यारिओ, सचियार किवें होईदा ते कूड़ दी पाल किवें टुटदी है, कूड़ दी कंध किवें टुटदी है। ते बचन कीता रजाई, रजाई दा अर्थ है आग्या, हुक्म। जेड़ा परमात्मा सारे संसार नूं अपने रजा विच चलाउण वाला है, अपने हुक्म विच चलाउण वाला है, ओ परमात्मा दे हुक्म दे विच चलना। जेड़ा कोई मनुख उस परमात्मा दी रजा विच चलेगा, हुक्म विच चलेगा, पातशाह महाराज कहंदे वो सच्चियार होएगा, वो सच्चा होएगा परमात्मा दी दरगाह ते। क्योंकि परमात्मा अकाल पुरख वाहिगुरू नूं ओ मनुख पाउंदा है जिन्हों उहदा भाणा चंगा लगदा। तुरकी बाणी दा फरमान है, खसमै सोई भावदा, खसमै दा जिस भाणा भावै। मालक वाहिगुरू अकाल पुरख नूं ओ मनुख चंगा लगदा है ਜਿਹੜੇ ਮਨੁੱਖ ਨੂੰ ਉਸ परमात्मा ਦਾ ਭਾਣਾ ਚੰਗਾ ਲੱਗਦਾ। ਸਾਧ ਸੰਗਤ ਜੀ, ਅਸੀਂ ਆਮ ਤੌਰ ਤੇ ਆਪਣੀ ਜ਼ਿੰਦਗੀ ਵਿੱਚ ਭਾਣਾ ਸ਼ਬਦ ਵਰਤਦੇ ਹਾਂ, ਪਰ ਖਿਆਲ ਕਰਿਓ ਅਸੀਂ ਭਾਣੇ ਦੇ ਅਰਥ ਬਹੁਤ ਗਲਤ ਕੱਢ ਲਏ ਨੇ। ਜਿਹੜੇ ਅਰਥਾਂ ਦੇ ਵਿੱਚ ਅਸੀਂ ਭਾਣਾ ਸ਼ਬਦ ਵਰਤਦੇ ਹਾਂ ਨਾ, ਉਹਨਾਂ ਅਰਥਾਂ ਵਿੱਚ ਭਾਣਾ ਸ਼ਬਦ ਨਹੀਂ। ਅਸੀਂ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਜਾਏ, ਜਿਹੜੀ ਗੱਲ ਸਾਡੀ ਪਕੜ ਦੇ ਵਿੱਚ ਨਾ ਹੋਵੇ, ਜਿੱਥੇ ਸਾਡੀ ਲਾਚਾਰੀ ਤੇ ਮਜਬੂਰੀ ਹੋਵੇ, ਉੱਥੇ ਅਸੀਂ ਕਹਿ ਦਿੰਨੇ ਵੀ परमात्मा ਦਾ ਭਾਣਾ ਹੋਇਆ ਜੀ, ਮੰਨਣਾ ਹੀ ਪੈਣਾ। ਉਹ ਭਾਣਾ ਨਹੀਂ ਹੈ, ਉਹ ਸਾਡੀ ਮਜਬੂਰੀ ਹੈ। ਉਹ ਸਾਡੀ ਮਜਬੂਰੀ ਹੈ ਤੇ ਮਜਬੂਰੀ ਸਾਨੂੰ ਮੰਨਣੀ ਪੈਣੀ ਹੈ। ਜਿਹੜੇ ਭਾਣੇ ਦੇ ਅਰਥ ਹੈ ਨਾ, ਉਹ ਗੁਰੂ ਅਰਜਨ ਦੇਵ ਜੀ ਨੇ ਸਾਨੂੰ ਸਮਝਾਏ ਨੇ। ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਨੂੰ ਸਮਝਾਏ ਨੇ। ਭਾਣੇ ਦੇ ਅਰਥ ਨੇ ਵੀ ਸਾਰਾ ਕੁਝ ਕਰਨ ਦੇ ਸਮਰੱਥ ਵੀ ਹੋਣਾ, ਪਰ ਤਾਂ ਵੀ परमात्मा ਦੀ ਰਜ਼ਾ ਵਿੱਚ ਚੱਲਣਾ, परमात्मा ਦੇ ਹੁਕਮ ਵਿੱਚ ਚੱਲਣਾ, ਹੁਕਮ ਨੂੰ ਮਿਟਣਾ ਨਾ, ਉਹਨੂੰ ਭਾਣਾ ਕਹਿੰਦੇ। ਜਿਹਨੂੰ ਅਸੀਂ ਭਾਣੇ ਦੇ ਸ਼ਬਦ ਵਰਤਦੇ ਹਾਂ, ਉਹ ਸਾਡੀ ਮਜਬੂਰੀ ਹੈ, ਲਾਚਾਰੀ ਹੈ, ਜਿਹਦੇ ਵਿੱਚ ਅਸੀਂ ਕੱਖ ਨਹੀਂ ਕਰ ਸਕਦੇ। ਫਿਰ ਅਸੀਂ ਕਹਿ ਦਿੰਦੇ ਵੀ ਜੀ ਮੰਨਣਾ ਹੀ ਪੈਣਾ ਜੀ, ਉਹ ਸਾਡੀ ਮਜਬੂਰੀ ਹੈ, ਮਜਬੂਰੀ ਮੰਨਦੇ ਅਸੀਂ, ਭਾਣਾ ਨਹੀਂ ਮੰਨਦੇ। ਪਾਤਸ਼ਾਹ ਕਹਿੰਦੇ ਮਾਲਕ ਨੂੰ ਉਹ ਮਨੁੱਖ ਚੰਗਾ ਲੱਗਦਾ ਹੈ ਜਿਹਨੂੰ ਮਾਲਕ ਦਾ ਭਾਣਾ ਚੰਗਾ ਲੱਗਦਾ, ਮਾਲਕ ਦੀ ਰਜ਼ਾ ਵਿੱਚ ਚੱਲਦਾ ਹੈ ਤੇ ਮਿਹਰ ਕਰਦੇ ਨੇ ਨਾਨਕ ਲਿਖਿਆ ਨਾਲ। ਤੇ ਜਿਹੜਾ ਕੋਈ ਮਾਲਕ ਦੀ ਰਜ਼ਾ ਵਿੱਚ ਚੱਲੇਗਾ, ਮਾਲਕ ਦੇ ਭਾਣੇ ਵਿੱਚ ਚੱਲੇਗਾ, ਉਹਦੇ ਕੂੜ ਦੀ ਪਾਲ ਟੁੱਟੇਗੀ, ਕੂੜ ਦੀ ਕੰਧ ਟੁੱਟ ਜਾਏਗੀ, ਕੂੜ ਦਾ ਪਰਦਾ ਟੁੱਟ ਜਾਏਗਾ। ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਭੇਦ ਹੋ ਜਾਏਗਾ, ਮਾਲਕ ਦੇ ਨਾਲ ਮਿਲ ਜਾਏਗਾ। ਇਹ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੀ ਸਾਨੂੰ ਵਿਆਖਿਆ ਦਿੱਤੀ ਹੈ। ਸੋ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ 102 ਅੱਖਰ ਨੇ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾ ਕਰਕੇ ਸਾਡੇ ਤੇ ਇਹ ਮਿਹਰ ਕੀਤੀ। ਪਿਆਰਿਓ, ਮਾਲਕ ਦੇ ਹੁਕਮ ਦੇ ਵਿੱਚ ਚੱਲਣਾ, ਮਾਲਕ ਦੀ ਰਜ਼ਾ ਵਿੱਚ ਚੱਲਣਾ, ਆਪਣੀ ਸਿਆਣਪ ਨੂੰ ਕੱਖ ਵੀ ਨਾ ਜਾਣਨਾ, ਸਗੋਂ ਮਾਲਕ ਦੇ ਕੋਲੋਂ ਉੱਤਮ ਮੱਤ ਅਰਦਾਸ ਕਰਕੇ ਮੰਗਣੀ, ਪਾਤਸ਼ਾਹ ਸਾਡੇ ਤੇ ਕਿਰਪਾ ਕਰੋ, ਸਾਨੂੰ ਉੱਤਮ ਮੱਤ ਬਖਸ਼ੋ, ਅਸੀਂ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਸਕੀਏ। ਇਹਨਾਂ ਪੰਕਤੀਆਂ ਦੀ ਅਜੇ ਹੋਰ ਵਿਆਖਿਆ ਬਾਕੀ ਹੈ, ਪਰ ਸਮੇਂ ਦੀ ਸਮਾਪਤੀ ਹੈ। ਗਰੀਬ ਨਵਾਜ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਮਿਹਰ ਕਰਨ, ਐਸਾ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸੇ, ਅਸੀਂ ਵੀ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋਈਏ। ਗੁਰੂ ਪਾਤਸ਼ਾਹ ਜੀ ਦੇ ਨਾਲ ਸਾਡਾ ਪ੍ਰੇਮ ਬਣਿਆ ਆਵੇ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ, ਅੱਗੇ ਤੋਂ ਸਮਰਥ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ